ਅੱਜ ਮੈਂ ਤੁਹਾਨੂੰ ਸਿਰਫ ਵਾਰਮ ਅਪ ਕਰਾ ਰਹੀ ਹਾਂ, ਜਿੱਥੇ ਅਸੀਂ ਪਹਿਲਾਂ ਹੀ ਸਟਰਨਗਰਲਾਕ ਨੂੰ ਬਰਾਊਜ਼ ਕਰ ਚੁੱਕੇ ਹਾਂ, ਪਰ ਉਹਨਾਂ ਤੋਂ ਮੈਂ ਸਟਰਨਗਰਲਾਕ ਐਕਸਪੈਰੀਮੈਂਟ ਡੇਟਾ ਦੀ ਵਰਤੋਂ ਕਰਦੇ ਹੋਏ ਸਪਿਨ ਆਪਰੇਟਰਾਂ ਨਾਲ ਸੰਬੰਧਿਤ ਮੈਟ੍ਰਿਸਿਜ਼ ਲਈ ਰਿਪਰੈਜ਼ੈਂਟੇਸ਼ਨ ਦੇਣ ਦੀ ਕੋਸ਼ਿਸ਼ ਕਰਦੀ ਹਾਂ। ਇਹ ਹੈ ਜੋ ਅਸੀਂ ਕਰਨ ਜਾ ਰਹੇ ਹਾਂ। ਇਹ ਉਹਨਾਂ ਐਕਸਪੈਰੀਮੈਂਟ ਵਿੱਚੋਂ ਇੱਕ ਹੈ ਜੋ ਸਾਨੂੰ ਦੱਸਦਾ ਹੈ ਕਿ ਤੁਹਾਡੇ ਕੋਲ ਇੱਕ ਕੁਆਂਟਮ ਕਨਸੈਪਟ ਹੋਵੇਗਾ। ਜੇਕਰ ਤੁਸੀਂ Z ਦਿਸ਼ਾ ਦੇ ਨਾਲ ਇੱਕ ਇਨਹੋਮੋਜਨਸ ਮੈਗਨੈਟਿਕ ਫੀਲਡ ਵਿੱਚੋਂ ਲੰਘਦੇ ਭਾਰੀ ਚਾਂਦੀ ਦੇ ਐਟਮ ਲੈਂਦੇ ਹੋ ਤਾਂ ਤੁਸੀਂ ਦੇਖੋਗੇ ਕਿ ਤੁਹਾਡੇ ਕਲਾਸੀਕਲ ਫਿਜ਼ਿਕਸ ਦੇ ਉਲਟ ਤੁਸੀਂ ਦੋ ਬੀਮ ਨੂੰ ਸਪਲਿਟ ਕਰਦੇ ਹੋਏ ਦੇਖਦੇ ਹੋ, ਅਤੇ ਤੁਸੀਂ ਉਸੇ ਤਰ੍ਹਾਂ ਲਿਖ ਸਕਦੇ ਹੋ ਜਿਸ ਤਰ੍ਹਾਂ ਅਸੀਂ ਇਸ ਨੂੰ ਆਰਬਿਟਲ ਐਂਗੂਲਰ ਮੋਮੈਂਟਮ ਲਈ ਲਿਖਦੇ ਹਾਂ। ਅਸੀਂ ਮੈਗਨੈਟਿਕ ਮੋਮੈਂਟ ਦੇ ਸਪਿਨ ਕੰਪੋਨੈਂਟ ਦੇ ਨਾਲ ਇੰਟਰੈਕਸ਼ਨ ਐਨਰਜੀ ਨੂੰ μ.b ਦੇ ਰੂਪ ਵਿੱਚ ਲਿਖ ਸਕਦੇ ਹਾਂ, ਅਤੇ ਮੈਗਨੈਟਿਕ ਮੋਮੈਂਟ ਅਨੁਪਾਤਕ ਹੈ। ਮੰਨ ਲਓ ਜੇਕਰ ਮੈਂ ਮੈਗਨੈਟਿਕ ਫੀਲਡ ਨੂੰ Z ਦਿਸ਼ਾ ਦੇ ਨਾਲ ਲਵਾਂ ਤਾਂ ਮੈਗਨੈਟਿਕ ਮੋਮੈਂਟ ਸਪਿਨ ਆਪਰੇਟਰ ਦੇ Z ਕੰਪੋਨੈਂਟ ਦੇ ਅਨੁਪਾਤੀ ਹੈ। ਇਹ ਚੀਜ਼ਾਂ ਅਸੀਂ ਪਹਿਲਾਂ ਕੀਤੀਆਂ ਹਨ। ਇਸ ਲਈ ਕਲਾਸੀਕਲ ਉਮੀਦ ਦੇ ਉਲਟ ਅਸੀਂ ਦੋ ਬੀਮ ਦੇਖਦੇ ਹਾਂ। ਇਸ ਲਈ ਮੈਂ ਕਿਹਾ ਕਿ ਇਹ ਇੱਕ ਕੁਆਂਟਮ ਨਤੀਜਾ ਹੈ। ਅਸਲ ਵਿੱਚ ਕੀ ਹੈ, ਜੇਕਰ ਤੁਸੀਂ ਪਿਕਟੋਰੀਅਲੀ ਦੇਖਦੇ ਹੋ ਕਿ ਤੁਸੀਂ ਸਿਲਵਰ ਐਟਮਸ ਬੀਮ ਭੇਜਦੇ ਹੋ, ਉਹਨਾਂ ਨੂੰ ਮਿਲਾਉਂਦੇ ਹੋ, ਅਤੇ ਇਸ ਨੂੰ ਇੱਕ ਇਨਹੋਮੋਜੀਨੀਅਸ ਮੈਗਨੈਟਿਕ ਫੀਲਡ ਵਿੱਚੋਂ ਲੰਘਾਉਂਦੇ ਹੋ। ਕਲਾਸਿਕਲੀ ਤੁਸੀਂ ਉਮੀਦ ਕੀਤੀ ਹੈ, ਮੰਨ ਲਓ ਸਪਿਨ ਦੀ ਮੈਗਨੀਟਿਊਡ ਕਹਿ ਲਓ +12 ਹੈ, ਤਾਂ ਤੁਸੀਂ ਮੋਡ S ਦੇ ਨਾਲ ਇੱਕ ਕੰਟੀਨਿਊਅਸ ਸਪੈਕਟਰਮ ਨੂੰ ਹਾਫ ਤੋਂ ਘੱਟ ਜਾਂ ਬਰਾਬਰ ਕਰਨ ਦੀ ਕੋਸ਼ਿਸ਼ ਕਰ ਸਕਦੇ ਹੋ, ਜੋ ਕਲਾਸਿਕਲੀ ਤੁਸੀਂ ਉਮੀਦ ਕਰੋਗੇ। ਪਰ ਕੁਆਂਟਮ ਮਕੈਨਿਕਲੀ ਤੁਸੀਂ ਦੇਖਦੇ ਹੋ ਕਿ ਇੱਥੇ ਸਿਰਫ ਦੋ ਵੱਖ-ਵੱਖ ਸਪੈਕਟਰਮ ਹਨ, ਜੋ ਕਿ ਡਿਸਕ੍ਰੀਟ ਹਨ। ਅਸੀਂ ਮੈਗਨੈਟਿਕ ਸਪਿਨ ਕੁਆਂਟਮ ਨੰਬਰ ਨੂੰ -12 ਅਤੇ +12 ਕਹਿੰਦੇ ਹਾਂ। ਇਸ ਲਈ ਐਕਸਪੈਰੀਮੈਂਟਲ ਸੰਕੇਤ ਹਨ ਕਿ ਸਪਿਨ ਇੱਕ ਕੰਟੀਨਿਊਅਸ ਵੇਰੀਏਬਲ ਨਹੀਂ ਹੈ। ਹਾਈਡਰੋਜਨ ਐਟਮ ਪ੍ਰੋਬਲਮ ਵਿੱਚ ਤੁਹਾਡੇ ਆਰਬਿਟਲ ਐਂਗੂਲਰ ਮੋਮੈਂਟਮ ਦੀ ਤਰ੍ਹਾਂ, ਜੇਕਰ ਤੁਸੀਂ ਇਹ ਪਤਾ ਕਰਨ ਦੀ ਕੋਸ਼ਿਸ਼ ਕਰਦੇ ਹੋ ਕਿ ਇਹ ਆਰਬਿਟਲ ਐਂਗੂਲਰ ਮੋਮੈਂਟਮ ਕੀ ਹੈ, ਇਹ ਡਿਸਕ੍ਰੀਟਾਈਜ਼ਡ ਹੈ। ਇੱਕ ਹਾਈਡਰੋਜਨ ਐਟਮ ਵੇਵ ਫੰਕਸ਼ਨ ਤੇ ਆਪਰੇਟ ਕਰਕੇ LZ ਆਪਰੇਟਰ ਤੁਹਾਨੂੰ MH ਦਿੰਦਾ ਹੈ, ਜਿੱਥੇ M ਇੱਕ ਇੰਟੀਜਰ ਹੈ। ਇਹ ਕੁਆਂਟਮ ਕਨਸੈਪਟ ਹੈ। ਇਹੀ ਕੁਆਂਟਮ ਕਨਸੈਪਟ ਇਸ ਗੱਲ ਤੇ ਵੀ ਲਾਗੂ ਹੁੰਦਾ ਹੈ ਸਿਲਵਰ ਐਟਮਸ ਕਿਉਂ ਸਿਲਵਰ ਐਟਮਸ ਲਗਭਗ L ਦੇ ਬਰਾਬਰ 0 ਅਵਸਥਾਵਾਂ ਦੇ ਬਰਾਬਰ ਹੁੰਦੇ ਹਨ। ਇਸ ਲਈ ਇਸ ਵਿੱਚ ਆਰਬਿਟਲ ਐਂਗੂਲਰ ਮੋਮੈਂਟਮ ਨਹੀਂ ਹੋਵੇਗਾ। ਇਸ ਲਈ ਅਸੀਂ ਇਹ ਪਿਨਪੁਆਇੰਟ ਕਰ ਸਕਦੇ ਹਾਂ ਕਿ ਇਹ ਸਪਿਨ ਐਂਗੂਲਰ ਮੋਮੈਂਟਮ ਨਾਲ ਕੋਰੈਸਪੋਂਡਿੰਗ ਹੈ। ਨਹੀਂ ਤਾਂ ਸਾਨੂੰ ਇਸ ਬਾਰੇ ਚਿੰਤਾ ਕਰਨੀ ਪਵੇਗੀ ਕਿ ਇੱਥੇ ਆਰਬਿਟਲ ਐਂਗੂਲਰ ਮੋਮੈਂਟਮ ਵੀ ਹੈ। ਇਸ ਲਈ ਇਹ ਇੱਕ ਸੰਕੇਤ ਹੈ ਕਿ ਸਾਡੇ ਕੋਲ ਸਪਿਨ ਆਪਰੇਟਰ ਦੀ ਕੁਆਂਟਾਈਜੇਸ਼ਨ ਸਪਿਨ ਐਂਗੂਲਰ ਮੋਮੈਂਟਮ ਹੈ। ਤੁਸੀਂ ਇੱਥੇ ਇੱਕ ਕੰਮ ਕਰ ਸਕਦੇ ਹੋ, ਤੁਸੀਂ ਇਸ ਬੀਮ ਨੂੰ ਹੋਰ ਦੂਰ ਜਾਣ ਤੋਂ ਰੋਕਣ ਲਈ ਇੱਕ ਰੋਕ ਲਗਾ ਸਕਦੇ ਹੋ। ਤੁਸੀਂ ਇਸ ਨੂੰ ਅਬਸੋਰਬ ਕਰ ਸਕਦੇ ਹੋ, ਅਤੇ ਪ੍ਰੋਪੇਗੇਟਿੰਗ ਲਈ ਤੁਸੀਂ ਸਿਰਫ ਮੈਗਨੈਟਿਕ ਸਪਿਨ ਕੁਆਂਟਮ ਨੰਬਰ ਨੂੰ -12 ਦੇ ਰੂਪ ਵਿੱਚ ਫਿਲਟਰ ਕਰ ਸਕਦੇ ਹੋ। ਇਸ ਲਈ ਤੁਸੀਂ ਇੱਥੇ ਇੱਕ ਰੋਕ ਲਗਾ ਸਕਦੇ ਹੋ। ਇਹ ਹੈ ਜੋ ਮੈਂ ਇੱਥੇ ਕਹਿ ਰਿਹਾ ਹਾਂ। ਆਓ ਅਸੀਂ SZ ਬਰਾਬਰ +12 H ਦੇ ਮਾਰਗ ਤੇ ਇੱਕ ਰੋਕ ਲਗਾ ਦਈਏ, ਤਾਂ ਕਿ ਸਿਰਫ SZ ਬਰਾਬਰ -12 H ਨੂੰ ਫਿਲਟਰ ਕੀਤਾ ਜਾ ਸਕੇ। ਤੁਸੀਂ ਇੱਕ ਦਿਸ਼ਾ ਵਿੱਚ ਇਸ ਤਰ੍ਹਾਂ ਦੀ ਫਿਲਟਰਿੰਗ ਕਰ ਸਕਦੇ ਹੋ। ਇੱਕ ਦਿਸ਼ਾ ਵਿੱਚ ਆਉਣ ਵਾਲੀ ਬੀਮ ਦੀ ਮੰਨ ਲਓ ਕਿ ਫਿਲਟਰ ਕਰਨ ਤੋਂ ਤੁਰੰਤ ਬਾਅਦ ਅਸੀਂ Z ਦਿਸ਼ਾ ਦੇ ਮੈਗਨੈਟਿਕ ਫੀਲਡ ਦੇ ਨਾਲ ਉਹੀ ਸਟਰਨਗਰਲਾਕ ਉਪਕਰਨ ਦੁਬਾਰਾ ਕਰਦੇ ਹਾਂ। ਤੁਸੀਂ ਕੀ ਉਮੀਦ ਕਰੋਗੇ ਕਿ ਤੁਹਾਨੂੰ ਦੋ ਬੀਮ ਮਿਲਣਗੇ ਜਾਂ ਇੱਕ ਬੀਮ? ਮੰਨ ਲਓ ਮੈਂ ਇੱਥੇ ਇੱਕ ਰੋਕ ਰੱਖਦੀ ਹਾਂ ਅਤੇ ਇਸ ਬੀਮ ਨੂੰ ਰੋਕਦੀ ਹਾਂ। ਮੈਂ ਇਸ ਬੀਮ ਨੂੰ ਲੈਂਦੀ ਹਾਂ ਅਤੇ ਇਸ ਨੂੰ ਸਟਰਨਗਰਲਾਕ ਯੰਤਰ ਵਿੱਚੋਂ ਲੰਘਾਉਂਦੀ ਹਾਂ ਜੋ ਇਸ ਦੇ ਸਮਾਨ ਹੈ। ਤੁਸੀਂ ਕੀ ਉਮੀਦ ਕਰਦੇ ਹੋ? ਸਿਰਫ ਉਹੀ MS ਬਰਾਬਰ -12 ਇਹੀ ਤੁਸੀਂ ਉਮੀਦ ਕਰੋਗੇ। ਕਿਉਂ? ਕਿਉਂਕਿ ਇਹ ਸਿਰਫ ਇੱਕ ਹੀ ਹੈ ਜੋ ਹੋਵੇਗਾ, ਕੋਈ ਹੋਰ ਕੰਪੋਨੈਂਟਸ ਨਹੀਂ ਹਨ ਜੋ ਇਸ ਵਿੱਚ ਆਵੇਗਾ। ਕੁਆਂਟਮ ਮਕੈਨਿਕਸ ਵਿੱਚ ਇਹ ਕਹਿਣ ਦਾ ਹੋਰ ਤਰੀਕਾ ਕੀ ਹੈ? ਇਹ ਦੋਵੇਂ SZ ਆਪਰੇਟਰ ਦੇ ਈਜੇਨਸਟੇਟਸ ਹਨ, ਅਤੇ ਅਸੀਂ SZ ਆਪਰੇਟਰਾਂ ਦੇ ਇੱਕ ਈਗਨਸਟੇਟ ਨੂੰ ਬਲਾਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਜਿਵੇਂ ਕਿ ਦੂਜੇ SZ ਆਪਰੇਟਰ ਈਜੇਨਵੈਲਿਊ ਨੂੰ ਮਾਪਣਾ। ਇੱਕ ਵਾਰ ਜਦੋਂ ਮੈਂ ਇਸ ਨੂੰ ਮਾਪਦੀ ਹਾਂ ਅਤੇ ਮੈਂ ਇਸ ਨੂੰ ਉਸੇ ਸਿਸਟਮ ਵਿੱਚ ਪਾਸ ਕਰਦੀ ਰਹਿੰਦੀ ਹਾਂ, ਤਾਂ ਇਹ ਉਸੇ ਅਵਸਥਾ ਵਿੱਚ ਰਹਿੰਦਾ ਹੈ। ਇਹ ਦੂਜੇ ਅਵਸਥਾ ਵਿੱਚ ਨਹੀਂ ਜਾਂਦਾ ਹੈ। ਇਹ ਤੁਹਾਨੂੰ ਸਪਸ਼ਟ ਕਰਨ ਦਾ ਗਣਿਤ ਅਤੇ ਕੁਆਲੀਟੇਟਿਵ ਤਰੀਕਾ ਹੈ,
ਜਦੋਂ ਤੁਸੀਂ ਇੱਕ ਰੋਕ ਲਗਾਉਂਦੇ ਹੋ ਅਤੇ ਇਸ ਨੂੰ ਦੂਜੇ ਵਿੱਚੋਂ ਲੰਘਾਉਂਦੇ ਹੋ ਅਤੇ ਇਸ ਨੂੰ ਫਿਲਟਰ ਕਰਦੇ ਹੋ ਅਤੇ ਇਸ ਫਿਲਟਰ ਕੀਤੇ ਬੀਮ ਨੂੰ Z ਦਿਸ਼ਾ ਦੇ ਨਾਲ ਮੈਗਨੇਟਿਕ ਫੀਲਡ ਦੇ ਨਾਲ ਸਟ੍ਰਨਗਰਲਾਕ ਯੰਤਰ ਨੂੰ ਦੁਬਾਰਾ ਪਾਸ ਕਰਦੇ ਹੋ। ਮੈਂ ਇੱਕ ਸ਼ਾਰਟਹੈਂਡ ਨੋਟੇਸ਼ਨ SG ਕੈਪੀਟਲ Z ਦੀ ਵਰਤੋਂ ਕਰਨ ਜਾ ਰਹੀ ਹਾਂ, ਜਿਸ ਦਾ ਮਤਲਬ ਹੈ ਕਿ ਸਟ੍ਰਨਗਰਲਾਕ ਯੰਤਰ ਵਿੱਚ Z ਦਿਸ਼ਾ ਦੇ ਨਾਲ ਮੈਗਨੇਟਿਕ ਫੀਲਡ ਹੈ। ਅਸੀਂ ਕੀ ਉਮੀਦ ਕਰਦੇ ਹਾਂ ਉਹ ਸਵਾਲ ਹੈ ਜਿਸ ਦਾ ਜਵਾਬ ਮੈਂ ਪਹਿਲਾਂ ਹੀ ਦੱਸ ਦਿੱਤਾ ਹੈ। ਆਉਟਪੁੱਟ ਬੀਮ ਵਿੱਚ ਅਜੇ ਵੀ SZ ਕੁਆਂਟਮ ਨੰਬਰ ਹੋਵੇਗਾ ਜੋ -12h ਕ੍ਰਾਸ ਓਰੀਐਂਟੇਸ਼ਨ ਹੋਵੇਗਾ। ਹੁਣ ਮੈਗਨੇਟਿਕ ਫੀਲਡ ਦੀ ਦਿਸ਼ਾ ਨੂੰ X ਦਿਸ਼ਾ ਦੇ ਨਾਲ ਬਦਲੋ। ਤੁਸੀਂ ਇਹ ਕਰ ਸਕਦੇ ਹੋ। ਲੈਬ ਵਿੱਚ ਮੈਂ ਇਸ ਬੀਮ ਨੂੰ ਲੈ ਸਕਦੀ ਹਾਂ ਜਿਸ ਦੀ ਦਿਸ਼ਾ -12h ਕ੍ਰਾਸ ਹੁੰਦੀ ਹੈ। ਜਦੋਂ Z ਦਿਸ਼ਾ ਦੇ ਨਾਲ ਮੈਗਨੇਟਿਕ ਫੀਲਡ ਪਾਸ ਹੁੰਦਾ ਹੈ, ਮੈਂ ਇਸ ਨੂੰ ਲੈਂਦੀ ਹਾਂ ਅਤੇ ਮੈਂ ਇਸ ਨੂੰ ਇੱਕ ਸਟ੍ਰਨਗਰਲਾਕ ਯੰਤਰ ਵਿੱਚੋਂ ਲੰਘਾਉਂਦੀ ਹਾਂ, ਜਿਸ ਵਿੱਚ X ਦਿਸ਼ਾ ਦੇ ਨਾਲ ਮੈਗਨੇਟਿਕ ਫੀਲਡ ਹੁੰਦਾ ਹੈ। ਇਸ ਕਰਕੇ ਮੈਂ ਇਸ ਨੂੰ SGX ਵਜੋਂ ਦਰਸਾਉਂਦੀ ਹਾਂ। ਤੁਹਾਡੀ ਕੀ ਉਮੀਦ ਹੈ? ਪ੍ਰਯੋਗਾਤਮਕ ਤੌਰ ਤੇ ਅਸੀਂ ਦੁਬਾਰਾ ਦੋ ਬੀਮ ਵੇਖਦੇ ਹਾਂ ਅਤੇ ਦੋਵਾਂ ਬੀਮਾਂ ਦੀ ਇੰਟੈਂਸਿਟੀ ਬਰਾਬਰ ਹੈ। ਅਸੀਂ ਇਹ ਦੇਖਦੇ ਹਾਂ। ਕੁਆਂਟਮ ਮਕੈਨੀਕਲ ਤੌਰ ਤੇ ਅਸੀਂ ਕਹਾਂਗੇ ਕਿ ਦੋ ਬੀਮਾਂ ਵਿੱਚ ਵੰਡਣ ਦੀ ਪ੍ਰੋਬੇਬਿਲਿਟੀ ਬਰਾਬਰ ਹੈ ਅਤੇ ਅਸੀਂ ਲਿਖਦੇ ਹਾਂ ਕਿ ਇਹ SZ ਬਰਾਬਰ -12h ਕ੍ਰਾਸ ਅਵਸਥਾ ਦੇ ਬਰਾਬਰ ਹੈ, ਤਾਂ ਕਿ SGX ਦੀਆਂ ਦੋ ਆਈਜਨ ਦੀ ਇੱਕ ਬਰਾਬਰ ਸੁਪਰਪੋਜੀਸ਼ਨ ਹੋਵੇ। ਕਿਉਂਕਿ ਅਸੀਂ ਬਰਾਬਰ ਇੰਟੈਂਸਿਟੀ ਦੇਖਦੇ ਹਾਂ, ਇੱਕ ਵਾਰ ਇਸ ਨੂੰ SGX ਦੁਆਰਾ ਲਓਗੇ, ਅਸੀਂ ਦੁਬਾਰਾ ਸਪਲਿਟਿੰਗ ਦੇਖਦੇ ਹਾਂ। ਸਾਡੇ ਕੋਲ ਇੱਕ SGZ ਹੈ ਜੋ ਅਸੀਂ AG ਐਟਮਸ ਦੇ ਬੀਮ ਵਿੱਚ ਭੇਜਦੇ ਹਾਂ। ਕੀ ਹੁੰਦਾ ਹੈ? ਤੁਹਾਡੇ ਕੋਲ ਦੋ ਬੀਮ ਸਨ ਜਿਸ ਵਿੱਚ ਇੱਕ MS ਬਰਾਬਰ -12h ਕ੍ਰਾਸ ਅਤੇ MS ਬਰਾਬਰ +12h ਕ੍ਰਾਸ ਦੇ ਨਾਲ। ਮੈਂ ਇੱਥੇ ਇੱਕ ਰੋਕ ਪਾਉਂਦੀ ਹਾਂ। ਮੈਂ ਇਸ ਨੂੰ ਐਬਸੋਰਬਡ ਹੋਣ ਲਈ ਬਣਾਉਂਦੀ ਹਾਂ। ਮੈਂ ਇਸ ਨੂੰ ਐਬਸੋਰਬਡ ਕਰ ਲਿਆ। ਮੈਂ ਇਹ ਬੀਮ ਬਣਾਇਆ। ਜੇਕਰ ਮੈਂ ਇੱਕ ਹੋਰ SGZ ਲਿਖਾਂ, ਇਹ ਅਜੇ ਵੀ MS ਬਰਾਬਰ -12 ਦੇ ਰੂਪ ਵਿੱਚ ਰਹਿੰਦਾ ਹੈ। ਅਤੇ ਮੈਂ ਉਸ ਬੀਮ ਨੂੰ ਲੈਂਦੀ ਹਾਂ। ਮੈਂ ਇਸ ਨੂੰ SGX ਦੁਆਰਾ ਲੈਂਦੀ ਹਾਂ। ਕੀ ਹੁੰਦਾ ਹੈ? ਤੁਸੀਂ ਦੋ ਬੀਮ ਵੇਖਦੇ ਹੋ। ਤੁਸੀਂ SX ਈਜੇਨ ਵੈਲਿਊ ਨਾਲ ਦੋ ਬੀਮ ਦੇਖਦੇ ਹੋ। SX ਈਜੇਨ ਵੈਲਿਊ -12h ਕ੍ਰਾਸ ਅਤੇ SX ਈਜੇਨ ਵੈਲਿਊ +12h ਕ੍ਰਾਸ ਬਰਾਬਰ ਈਜੇਨ ਵੈਲਿਊ ਦੇ ਨਾਲ ਦੋ ਬੀਮ ਹਨ। ਇਸ ਨੂੰ SZ ਈਜੇਨ ਵੈਲਿਊ ਕਿਹਾ ਜਾ ਸਕਦਾ ਹੈ। ਇਹ MS ਤੁਹਾਡੇ SZ ਈਜੇਨ ਵੈਲਿਊ ਨੂੰ ਦਰਸਾਉਂਦਾ ਹੈ। ਮੰਨ ਲਓ ਕਿ ਮੈਂ ਇੱਥੇ ਇੱਕ ਰੋਕ ਲਗਾਈ ਹੈ ਅਤੇ ਇਸ ਬੀਮ ਨੂੰ SGZ ਦੁਆਰਾ ਲੰਘਾਉਣ ਤੇ ਤੁਹਾਡੀ ਕੀ ਉਮੀਦ ਹੈ? ਮੈਂ ਪਹਿਲਾਂ ਹੀ +12h ਕ੍ਰਾਸ ਨੂੰ ਫਿਲਟਰ ਕਰ ਲਿਆ ਹੈ, ਪਰ ਇਸ ਲੜੀ ਵਿੱਚ ਜਦੋਂ ਮੈਂ SZX ਕਰਦੀ ਹਾਂ ਤਾਂ ਜਾਦੂ ਇਹ ਹੈ ਕਿ ਸਾਨੂੰ ਦੋਵੇਂ ਕੰਪੋਨੈਂਟਸ ਮਿਲਦੇ ਹਨ। ਕਿਉਂ? ਅਜਿਹਾ ਕਿਉਂ ਹੈ? ਉਹ ਇਨਕੰਪੈਟੀਬਲ ਅਬਜ਼ਰਵੇਬਲਸ ਹਨ। ਜੇਕਰ ਮੰਨ ਲਓ ਕਿ Z ਦਿਸ਼ਾ ਵਿੱਚ ਮੈਗਨੇਟਿਕ ਫੀਲਡ ਨਾਲ ਸੰਬੰਧਿਤ ਆਪਰੇਟਰ X ਦਿਸ਼ਾ ਦੇ ਮੈਗਨੇਟਿਕ ਫੀਲਡ ਨਾਲ ਸੰਬੰਧਿਤ ਆਪਰੇਟਰ ਨਾਲ ਕਮਿਊਟ ਕਰਦਾ ਹੈ, ਤਾਂ ਆਪਰੇਟਰ ਇੰਟਰੈਕਸ਼ਨ ਹੈਮਿਲਟੋਨੀਅਨ ਕੀ ਹੈ? ਇੱਥੇ ਇਹ μZ BZ ਹੋਵੇਗਾ। ਇੱਥੇ ਇਹ μX BX ਹੋਵੇਗਾ। ਅਤੇ μ ZSZ ਆਪਰੇਟਰ ਦੇ ਪ੍ਰੋਪੋਰਸ਼ਨਲ ਹੈ। B ਇੱਕ ਬਾਹਰੀ ਫੀਲਡ ਹੈ। ਇਸੇ ਤਰ੍ਹਾਂ μX SX ਆਪਰੇਟਰ ਦੇ ਪ੍ਰੋਪੋਰਸ਼ਨਲ ਹੈ। ਪ੍ਰਯੋਗਾਤਮਕ ਤੌਰ ਤੇ, ਜੇਕਰ ਤੁਸੀਂ ਉਸੇ ਸਿੰਗਲ ਬੀਮ ਨੂੰ MS ਬਰਾਬਰ -12h ਕ੍ਰਾਸ ਹੁੰਦੇ ਦੇਖਦੇ, ਤਾਂ ਮੈਂ ਸਿੱਟਾ ਕੱਢ ਸਕਦੀ ਸੀ। ਮੰਨ ਲਓ ਕਿ ਮੈਂ ਇਹ ਬੀਮ ਨਹੀਂ ਦੇਖਿਆ, ਤਾਂ ਤੁਸੀਂ ਇਹ ਸਿੱਟਾ ਕੱਢ ਸਕਦੇ ਸੀ ਕਿ SX ਅਤੇ SZ ਕੰਪੈਟੀਬਲ ਆਪਰੇਟਰ ਹਨ।
ਕਿਉਂਕਿ ਐਕਸਪੈਰੀਮੈਂਟਲੀ ਮੈਂ ਸਟਰਨ-ਗਰਲਾਕ ਯੰਤਰ ਦੀ ਲੜੀ ਵਿੱਚ 2 ਬੀਮ ਦੇਖੇ। ਮੈਂ ਜਾਣਦੀ ਹਾਂ ਕਿ SXSZ 0 ਨਹੀਂ ਹੈ। ਇਹ ਉਹ ਅਨੁਮਾਨ ਹਨ ਜੋ ਅਸੀਂ ਐਕਸਪੈਰੀਮੈਂਟ ਤੋਂ ਪ੍ਰਾਪਤ ਕਰਦੇ ਹਾਂ। ਇਹ ਇਨਕੰਪੈਟੀਬਲ ਹੈ। ਇਹ ਉਹ ਹੈ ਜੋ ਅਸੀਂ ਐਕਸਪੈਰੀਮੈਂਟਲੀ ਦੇਖਦੇ ਹਾਂ। ਅਸੀਂ ਪਿਛਲੇ ਲੈਕਚਰਸ ਦੇ ਸੈੱਟ ਵਿੱਚ ਥਿਊਰੀ ਦੇਖੀ ਹੈ। ਹੁਣ ਜੇਕਰ ਤੁਸੀਂ ਐਕਸਪੈਰੀਮੈਂਟ ਦੇ ਨਾਲ ਲੈਕਚਰਸ ਦੇ ਸੈੱਟ ਕੋਰੋਬੋਰੇਟ ਕਰਨਾ ਚਾਹੁੰਦੇ ਹੋ ਤਾਂ ਇਹ ਹੈ ਜੋ ਅਸੀਂ ਦੇਖਦੇ ਹਾਂ। SX ਅਤੇ SZ ਇਨਕੰਪੈਟੀਬਲ ਹਨ। ਇਹੀ ਤੁਸੀਂ Y ਦੇ ਨਾਲ ਇੱਕ ਸਟਰਨ-ਗਰਲਾਕ ਵੀ ਕਰ ਸਕਦੇ ਹੋ। ਮੈਨੂੰ ਬਹੁਤ ਸਾਰੀਆਂ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ, ਪਰ ਜੇ ਤੁਸੀਂ ਇਹ ਕਰਦੇ ਹੋ ਤਾਂ ਤੁਸੀਂ ਇਹ ਦੇਖਣਾ ਸ਼ੁਰੂ ਕਰੋਗੇ ਕਿ SX ਆਪਰੇਟਰ ਦਾ ਇਹ ਵਿਸ਼ੇਸ਼ ਈਗਨਸਟੇਟ ਜਦੋਂ ਇਹ Y ਦੇ ਸਟਰਨ-ਗਰਲਾਕ ਵਿੱਚੋਂ ਲੰਘਦਾ ਹੈ ਤਾਂ ਤੁਹਾਨੂੰ 2 ਬੀਮਾਂ ਦੀ ਬਰਾਬਰ ਇੰਟੈਂਸਿਟੀ ਪ੍ਰਦਾਨ ਕਰੇਗਾ। ਇਸ ਦੇ ਲਈ μZ ਜਾਂ μY ਆਪਰੇਟਰ ਦੀਆਂ 2 ਕੁਆਂਟਮ ਅਵਸਥਾਵਾਂ ਵਿੱਚ ਸਪਲਿਟ ਦੀ ਪ੍ਰੋਬੇਬਿਲਿਟੀ ਬਰਾਬਰ ਹੋਵੇਗੀ। ਇਹੀ ਮੈਂ ਕਹਿ ਰਹੀ ਸੀ। ਆਓ ਅਸੀਂ ਇੱਕ ਈਜਨ ਵੈਲਿਊ ਮਾਪ ਦੇ ਇੱਕ ਮਾਰਕ ਤੇ ਰੋਕ ਲਗਾ ਦਈਏ ਤਾਂ ਜੋ ਉਹ ਬਲੌਕ ਹੋ ਜਾਵੇ, ਅਤੇ ਦੂਸਰਾ ਈਜਨ ਵੈਲਿਊ ਹੋਰ ਈਜਨ ਵੈਲਿਊ ਦੇ ਕੋਰੈਸਪੋਂਡਿੰਗ ਅਵਸਥਾ ਦਾ ਪ੍ਰੋਪੇਗੇਟਿੰਗ ਕਰਦਾ ਰਹਿੰਦਾ ਹੈ। ਫਿਲਟਰ ਕਰਨ ਤੋਂ ਤੁਰੰਤ ਬਾਅਦ ਜੇਕਰ ਤੁਸੀਂ ਇਸ ਨੂੰ ਦੁਬਾਰਾ SGZ ਦੇ ਨਾਲ ਲਗਾਉਂਦੇ ਹੋ ਤਾਂ ਤੁਸੀਂ ਉਹੀ ਈਜਨ ਵੈਲਿਊ ਪ੍ਰਾਪਤ ਕਰਨ ਦੀ ਉਮੀਦ ਕਰੋਗੇ ਕਿਉਂਕਿ ਇਹ ਉਸੇ ਈਜਨਸ ਸਟੇਟ ਵਿੱਚ ਰਹਿੰਦਾ ਹੈ। ਕੁਝ ਨਹੀਂ ਹੋ ਰਿਹਾ। ਪਰ ਜੇਕਰ ਤੁਸੀਂ ਇਸ ਨੂੰ SGX ਦੇ ਨਾਲ ਲਗਾਉਂਦੇ ਹੋ ਤਾਂ ਤੁਸੀਂ ਲੀਨੀਅਰ ਸੁਪਰਪੋਜੀਸ਼ਨ ਦੇਖਣਾ ਸ਼ੁਰੂ ਕਰੋਗੇ। ਇਹ ਹੈ ਜੋ ਐਕਸਪੈਰੀਮੈਂਟਲੀ ਦੇਖਦੇ ਹੋ, ਜਿਸ ਤੇ ਤੁਸੀਂ ਪਹਿਲਾਂ ਹੀ ਕੰਮ ਕਰ ਚੁੱਕੇ ਹੋ। ਆਰਬਿਟਲ ਐਂਗੂਲਰ ਮੋਮੈਂਟਮ LX ਅਤੇ LY। ਅਸੀਂ ਦਾਅਵਾ ਕਰਦੇ ਹਾਂ ਕਿ ਸਪਿਨ ਐਂਗੂਲਰ ਮੋਮੈਂਟਮ ਆਰਬਿਟਲ ਐਂਗੂਲਰ ਮੋਮੈਂਟਮ ਤੋਂ ਬਹੁਤ ਵੱਖਰਾ ਨਹੀਂ ਹੈ। ਜਿੱਥੋਂ ਤੱਕ ਕਿ ਇਹ ਕਮਿਊਟੇਟਰ, ਜਿਸ ਤਰ੍ਹਾਂ ਅਸੀਂ LX LY ਕਰਦੇ ਹਾਂ, ਅਸੀਂ SX SY ਤੋਂ ਇੱਕੋ ਕਮਿਊਟੇਟਰ ਦੀ ਉਮੀਦ ਕਰਦੇ ਹਾਂ। ਸਿਰਫ ਗੱਲ ਇਹ ਹੈ ਕਿ ਸਪਿਨ ਆਪਰੇਟਰ ਬਹੁਤ ਵੱਖਰੀ ਸਪੇਸ ਵਿੱਚ ਹੈ। ਤੁਹਾਡੀ ਰੈਗੂਲਰ ਪੋਜੀਸ਼ਨ ਸਪੇਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਜਿਸ ਦਾ ਮਤਲਬ ਹੈ ਕਿ ਉਹ ਆਪਰੇਟਰ ਆਰਬਿਟਲ ਐਂਗੂਲਰ ਮੋਮੈਂਟਮ ਆਪਰੇਟਰਾਂ ਨਾਲ ਗੱਲ ਨਹੀਂ ਕਰਦੇ ਹਨ। ਇਸ ਤੋਂ ਸਾਡਾ ਕੀ ਮਤਲਬ ਹੈ? ਮੈਂ ਇੰਡੀਪੈਂਡੈਂਟਲੀ ਆਰਬਿਟਲ ਐਂਗੂਲਰ ਮੋਮੈਂਟਮ ਅਤੇ ਸਪਿਨ ਐਂਗੂਲਰ ਮੋਮੈਂਟਮ ਨੂੰ ਮਾਪ ਸਕਦੀ ਹਾਂ। ਉਹ ਪ੍ਰਤੀਯੋਗੀ ਹਨ ਕਿਉਂਕਿ ਉਹ 2 ਵੱਖ-ਵੱਖ ਸਪੇਸਸ ਵਿੱਚ ਹਨ। ਜਿਵੇਂ ਕਿ ਜੇਕਰ ਤੁਹਾਡੇ ਕੋਲ 2 ਹਾਰਮੋਨਿਕ ਓਸੀਲੇਟਰ ਸਨ, ਇੱਕ ਹਾਰਮੋਨਿਕ ਓਸੀਲੇਟਰ ਜਿਸ ਵਿੱਚ ਫ੍ਰੀਕੁਐਂਸੀ ਓਮੇਗਾ ਇੱਕ ਦੂਜੇ ਹਾਰਮੋਨਿਕ ਓਸੀਲੇਟਰ ਵਿੱਚ ਫ੍ਰੀਕੁਐਂਸੀ ਓਮੇਗਾ 2 ਦੀ ਹੈ, ਅਤੇ ਮੈਂ ਕਹਿੰਦੀ ਹਾਂ ਕਿ ਇਹ 2 ਹਾਰਮੋਨਿਕ ਓਸੀਲੇਟਰ ਨੌਨ ਇੰਟਰੈਕਟਿੰਗ ਹਨ। ਤੁਸੀਂ ਪਹਿਲੇ ਹਾਰਮੋਨਿਕ ਓਸੀਲੇਟਰ ਲਈ ਲੈਡਰ ਆਪਰੇਟਰਾਂ ਨੂੰ A1 ਅਤੇ A1 ਡੈਗਰ ਲਿਖ ਸਕਦੇ ਹੋ। ਤੁਸੀਂ ਦੂਜੇ ਹਾਰਮੋਨਿਕ ਓਸੀਲੇਟਰ ਲਈ B1 ਅਤੇ B1 ਡੈਗਰ ਵੀ ਲਿਖ ਸਕਦੇ ਹੋ। ਪਰ ਜੇ ਮੈਂ ਕਹਾਂ ਕਿ ਉਹ ਨੌਨ ਇੰਟਰੈਕਟਿੰਗ ਹਨ ਤਾਂ ਇਸ ਦਾ ਕੀ ਮਤਲਬ ਹੈ? A1 ਡੈਗਰ A1 ਕਮਿਊਟੇਟਰ -1 ਹੈ। A2 ਡੈਗਰ A2 ਕਮਿਊਟੇਟਰ -1 ਹੈ। ਪਰ ਜੇਕਰ ਮੈਂ ਕਹਾਂ ਕਿ ਇਹ 2 ਹਾਰਮੋਨਿਕ ਓਸੀਲੇਟਰ ਨੌਨ ਇੰਟਰੈਕਟਿੰਗ ਹਨ, ਤਾਂ ਇਸ ਦਾ ਮਤਲਬ ਹੈ ਕਿ AI ਦੇ ਨਾਲ AJ 0 ਹੈ। ਤੁਸੀਂ AI ਜਾਂ A1 A2 ਡੈਗਰ 0 ਹੈ ਅਤੇ ਇਸੇ ਤਰ੍ਹਾਂ ਅੱਗੇ। ਤੁਸੀਂ ਇਹ ਕਹਿ ਸਕਦੇ ਹੋ। ਇਸੇ ਤਰ੍ਹਾਂ AI ਡੈਗਰ AJ ਡੈਗਰ 0 ਹੈ, ਜੋ ਟ੍ਰਿਵੀਅਲ ਹੈ, ਸਿਖਰਲਾ ਅਤੇ A1। ਪਰ ਇਹ ਵਿਚਕਾਰਲਾ ਤੁਹਾਨੂੰ ਦੱਸਦਾ ਹੈ ਕਿ ਇਹ 2 ਹਾਰਮੋਨਿਕ ਓਸੀਲੇਟਰ ਇੰਟਰੈਕਟਿਵ ਨਹੀਂ ਹਨ। ਤੁਸੀਂ ਦੋਨਾਂ ਹਾਰਮੋਨਿਕ ਓਸੀਲੇਟਰਾਂ ਦੀ ਸਾਈਮਲਟੇਨੀਅਸ ਇਜਨਸਟੇਟ ਹੋਣ ਲਈ ਇੱਕ ਅਵਸਥਾ ਲਿਖ ਸਕਦੇ ਹੋ। ਜੇਕਰ ਮੰਨ ਲਓ ਕਿ ਇੱਥੇ ਅਵਸਥਾ ਨੂੰ ਮੈਂ N1 ਨਾਲ ਦਰਸਾਉਂਦੀ ਹਾਂ, ਇੱਥੇ ਅਵਸਥਾ ਨੂੰ ਮੈਂ N2 ਨਾਲ ਦਰਸਾਉਂਦੀ ਹਾਂ, ਮੈਂ ਇੱਕ ਅਵਸਥਾ ਨੂੰ N1, N2 ਦੇ ਰੂਪ ਵਿੱਚ ਦਰਸਾ ਸਕਦੀ ਹਾਂ। ਜੇਕਰ ਨੰਬਰ ਆਪਰੇਟਰ N1 ਇਸ ਉੱਤੇ ਆਪਰੇਟ ਕਰਦਾ ਹੈ, ਤਾਂ ਇਹ ਤੁਹਾਨੂੰ N1, N2 ਦੇਵੇਗਾ। ਜੇਕਰ ਦੂਜੇ ਹਾਰਮੋਨਿਕ ਓਸੀਲੇਟਰ ਲਈ ਨੰਬਰ ਆਪਰੇਟਰ ਇਸ ਤੇ ਆਪਰੇਟ ਕਰਦਾ ਹੈ, ਤਾਂ ਇਹ N2 N1 ਹੈ। ਸਮਝ ਗਏ? ਇਹ ਇੱਕ ਨਾਨ ਇੰਟਰੈਕਟਿਵ ਲਿਖਣ ਲਈ ਸ਼ਾਰਟਹੈਂਡ ਨੋਟੇਸ਼ਨਸ ਹਨ। ਇਸੇ ਤਰ੍ਹਾਂ ਸਪਿਨ ਅਤੇ ਆਰਬਿਟਲ ਐਂਗੂਲਰ ਮੋਮੈਂਟਮ ਲਈ ਮੈਂ LML SMS ਲਿਖ ਸਕਦੀ ਹਾਂ।
ਜੇਕਰ ਇਸ ਤੇ ਇੱਕ LZ ਆਪਰੇਟਰ ਹੈ ਤਾਂ ਇਹ ਹੋਵੇਗਾ ਜੇਕਰ ਇਸ MS H ਕ੍ਰਾਸ ਤੇ ਇੱਕ SZ ਆਪਰੇਟਰ ਹੈ ਤਾਂ ਇਹ L ਨੂੰ ਨਹੀਂ ਛੂਹਦਾ। ਬਸ ਮੈਂ ਇਹੀ ਕਹਿਣ ਦੀ ਕੋਸ਼ਿਸ਼ ਕਰ ਰਹੀ ਹਾਂ। ਇਹ ਉਹ ਚੀਜ਼ਾਂ ਹਨ ਜੋ ਤੁਹਾਨੂੰ ਦੱਸਦੀਆਂ ਹਨ ਕਿ ਮੈਂ ਕਹਿ ਸਕਦੀ ਹਾਂ ਕਿ SZLZ 0 ਹੈ। ਮੈਂ ਹੋਰ ਚੀਜ਼ਾਂ ਵੀ ਕਰ ਸਕਦੀ ਹਾਂ ਕਿ SZL ਸਕੁਏਅਰ 0 ਹੈ ਅਤੇ ਇਸ ਤਰ੍ਹਾਂ ਹੋਰ। ਤੁਸੀਂ ਦਿਖਾ ਸਕਦੇ ਹੋ L ਸਕੁਏਅਰ LZ 0 ਹੈ। ਤੁਸੀਂ LXL ਸਕੁਏਅਰ ਨੂੰ 0 LXSZ ਨੂੰ ਵੀ 0 ਦਿਖਾ ਸਕਦੇ ਹੋ ਅਤੇ ਹੋਰ ਵੀ। ਤੁਸੀਂ ਆਪਣੇ ਸਾਰੇ ਐਂਗੂਲਰ ਮੋਮੈਂਟਮ ਅਲਜਬਰੇ ਦੀਆਂ ਵਿਸ਼ੇਸ਼ਤਾਵਾਂ ਦੀ ਵਰਤੋਂ ਕਰਕੇ ਬਹਿਸ ਕਰਨਾ ਸ਼ੁਰੂ ਕਰ ਸਕਦੇ ਹੋ। ਅਲਜਬਰਾ ਜੋ ਤੁਸੀਂ ਆਰਬਿਟਲ ਐਂਗੂਲਰ ਮੋਮੈਂਟਮ ਲਈ ਸਿੱਖਦੇ ਹੋ, ਇਹ ਅਨੁਮਾਨ ਲਗਾਉਣ ਲਈ ਕਿ ਇਹ ਦੋ ਵੱਖ-ਵੱਖ ਸਪੇਸਸ ਹਨ ਜਾਂ ਤਾਂ ਇੰਟਰੈਕਟਿੰਗ ਨਹੀਂ ਹਨ, ਜਾਂ ਤੁਸੀਂ ਜਾਣਦੇ ਹੋ ਕਿ ਇਹ ਦੋ ਵੱਖ-ਵੱਖ ਸਪੇਸਸ ਹਨ। ਤੁਸੀਂ ਇਸ ਨੂੰ ਡਾਇਰੈਕਟ ਫਾਰਮਾਲਿਜ਼ਮ ਵਿੱਚ ਅਵਸਥਾਵਾਂ ਤੇ ਕਰ ਸਕਦੇ ਹੋ। ਸਾਡੀ ਪੋਜੀਸ਼ਨ ਸਪੈਸ਼ ਨਾਲੋਂ ਬਹੁਤ ਵੱਖਰੀ ਅੰਦਰੂਨੀ ਸਪੈਸ਼ ਹੈ ਜੋ ਕਿ ਤੁਸੀਂ ਕਹਿ ਸਕਦੇ ਹੋ S ਦੇ ਸਾਰੇ ਕੰਪੋਨੈਂਟਸ Ly ਦੇ ਸਾਰੇ ਕੰਪੋਨੈਂਟਸ ਕੋਈ ਵੀ ਕੰਪੋਨੈਂਟਸ ਕਮਿਊਟੇਟਰ ਬ੍ਰੈਕਟ 0 ਹੈ। ਤੁਸੀਂ ਆਰਬਿਟਲ ਐਂਗੂਲਰ ਮੋਮੈਂਟਮ ਅਤੇ ਸਪਿਨ ਐਂਗੂਲਰ ਮੋਮੈਂਟਮ ਦੇ ਇੱਕ ਸਾਈਮਲਟੇਨੀਅਸ ਇਜਨਸਟੇਟਸ ਲਿਖ ਸਕਦੇ ਹੋ। ਤੁਸੀਂ ਕੁੱਲ ਐਂਗੂਲਰ ਮੋਮੈਂਟਮ J ਨੂੰ L ਪਲਸ S ਦਾ ਜੋੜ ਵੀ ਲਿਖ ਸਕਦੇ ਹੋ ਜੋ ਸੰਤੁਸ਼ਟ ਹੋਵੇਗਾ ਜੇਕਰ LX Ly IH ਕ੍ਰਾਸ LZ ਹੈ। SX SY IH ਕ੍ਰਾਸ SZ ਹੈ। JX JY IH ਕ੍ਰਾਸ JZX ਸਿਰਫ ਕਮਿਊਟੇਟਰਾਂ ਦੀ ਪ੍ਰੋਪਰਟੀ ਹੈ ਜੋ ਤੁਸੀਂ ਲੀਨੀਅਰ ਆਪਰੇਟਰਾਂ ਤੇ ਕਰਦੇ ਹੋ। ਸਟਰਨ-ਗਰਲਾਕ ਐਕਸਪੈਰੀਮੈਂਟ ਤੋਂ ਅਸੀਂ ਅਵਸਥਾਵਾਂ ਨੂੰ SZ ਦੇ ਇਜੇਨਸਟੈਟ ਬਣਾਉਂਦੇ ਹੋਏ ਲਿਖਣ ਦੀ ਕੋਸ਼ਿਸ਼ ਕਰ ਸਕਦੇ ਹਾਂ। ਅਸੀਂ ਲਿਖ ਸਕਦੇ ਹਾਂ ਕਿ SZ ਆਪਰੇਟਰ ਕੀ ਹੈ। ਸਟਰਨ-ਗਰਲਾਕ ਐਕਸਪੈਰੀਮੈਂਟ ਨੇ ਤੁਹਾਨੂੰ ਦੋ ਬੀਮ ਦਿੱਤੇ ਹਨ। ਕਿਸੇ ਵੀ ਆਰਬਿਟਰੇਰੀ ਸਟੇਟ ਤੇ SZ ਆਪਰੇਟਰ ਜੇਕਰ ਤੁਸੀਂ ਇਸ ਨੂੰ ਇਸ ਵਿੱਚੋਂ ਲੰਘਾਉਂਦੇ ਹੋ ਤਾਂ ਇਸਨੇ ਤੁਹਾਨੂੰ MS ਬਰਾਬਰ ਹਾਫ H ਕ੍ਰਾਸ ਪਲਸ MS ਬਰਾਬਰ ਮਾਈਨਸ ਹਾਫ H ਕ੍ਰਾਸ ਦਾ ਲੀਨੀਅਰ ਕੰਬੀਨੇਸ਼ਨ ਦਿੱਤਾ ਹੈ। ਅਸੀਂ ਇੱਕ ਆਰਬਿਟਰੇਰੀ ਅਵਸਥਾ ਲਿਖਣ ਜਾ ਰਹੇ ਹਾਂ। ਆਰਬਿਟਰੇਰੀ ਅਵਸਥਾ ਮੈਂ ਇਸ ਨੂੰ ਦੋ ਪੋਸੀਬਿਲਿਟੀਜ਼ ਦੇ ਕੁਝ ਲੀਨੀਅਰ ਕੰਬੀਨੇਸ਼ਨ ਦੇ ਰੂਪ ਵਿੱਚ ਲਿਖ ਸਕਦੀ ਹਾਂ। ਇਹ ਉਹ ਹੈ ਜੋ ਐਕਸਪੈਰੀਮੈਂਟ ਨੇ ਸਾਨੂੰ ਦੱਸਿਆ ਹੈ। ਕੋਈ ਵੀ ਆਰਬਿਟਰੇਰੀ ਅਵਸਥਾ ਮੈਂ ਲਿਖ ਸਕਦੀ ਹਾਂ। ਮੈਂ ਇਸ ਅਵਸਥਾ ਨੂੰ ਇੱਕ ਉੱਪਰਲੇ ਅਵਸਥਾ ਦੁਆਰਾ ਅਤੇ ਇਸ ਸਥਿਤੀ ਨੂੰ ਹੇਠਲੀ ਅਵਸਥਾ ਦੁਆਰਾ ਦਰਸਾਵਾਂਗੀ। ਇਹ ਇੱਕ ਹੋਰ ਨੋਟੇਸ਼ਨ ਹੈ ਪਰ ਇਸ ਦਾ ਅਰਥ ਉਹੀ ਹੈ। ਮੈਗਨੇਟਿਕ ਕੁਆਂਟਮ ਨੰਬਰ ਜੇ ਤੁਸੀਂ SZ ਆਪਰੇਟਰ ਲਈ ਮਾਪਣ ਦੀ ਕੋਸ਼ਿਸ਼ ਕਰਦੇ ਹੋ ਤਾਂ ਇਹ ਪਲਸ ਹਾਫ H ਕ੍ਰਾਸ ਨੂੰ ਰਸਮੀ ਤੌਰ ਤੇ ਇਸ ਤਰ੍ਹਾਂ ਦਰਸਾ ਸਕਦੇ ਹਾਂ ਉੱਪਰ ਦੀ ਦਿਸ਼ਾ ਵਿੱਚ ਪੁਆਇੰਟ ਅਤੇ ਮਾਈਨਸ ਹਾਫ H ਕ੍ਰਾਸ ਇਹ ਹੇਠਾਂ ਦੀ ਦਿਸ਼ਾ ਵਿੱਚ ਪੁਆਇੰਟ ਕਰਦਾ ਹੈ। ਇਹ ਸੰਕੇਤ ਕਰਨ ਦਾ ਸਿਰਫ ਸਿੰਬੋਲਿਕ ਤਰੀਕਾ ਹੈ। ਤੁਸੀਂ ਇਸ ਨੂੰ ਸਿਧਾਂਤਕ ਤੌਰ ਤੇ ਲੀਨੀਅਰ ਕੰਬੀਨੇਸ਼ਨ ਵਜੋਂ ਲਿਖ ਸਕਦੇ ਹੋ। ਅਪ ਸਪਿਨ ਕੋਐਫੀਸ਼ੀਐਂਟ ਗੁਣਾ C2 ਗੁਣਾ ਡਾਊਨ ਸਪਿਨ। ਇੱਥੇ ਸਮੇਸ਼ਨ ਦੀ ਕੋਈ ਲੋੜ ਨਹੀਂ ਹੈ। ਤੁਸੀਂ SZ ਆਪਰੇਟਰ ਕਿਵੇਂ ਲਿਖੋਗੇ? SZ ਅਪ ਸਪਿਨ ਪਲਸ ਹਾਫ H ਕ੍ਰਾਸ ਅਪ ਸਪਿਨ SZ ਡਾਊਨ ਸਪਿਨ ਉੱਤੇ ਮਾਈਨਸ ਹਾਫ H ਕ੍ਰਾਸ ਡਾਊਨ ਸਪਿਨ। ਇਹਨਾਂ ਦੋਨਾਂ ਦੀ ਵਰਤੋਂ ਕਰਕੇ ਕੀ ਅਸੀਂ ਮੈਟ੍ਰਿਕਸ ਆਪਰੇਟਰ ਨੂੰ ਲਿਖ ਸਕਦੇ ਹਾਂ? ਤੁਸੀਂ ਇਸ ਦੇ ਮੈਟਰਿਸਜ਼ ਐਲੀਮੈਂਟ ਨੂੰ ਉੱਪਰਲੇ ਨਾਲ ਲੈ ਸਕਦੇ ਹੋ ਜੋ ਤੁਹਾਨੂੰ ਨੋਨ ਜ਼ੀਰੋ ਦੇਵੇਗਾ। ਹੇਠਲੇ ਨਾਲ ਇਹ 0 ਹੋਵੇਗਾ। ਇਹ ਕੀ ਹੋਵੇਗਾ? ਕਿਸ ਕੋਐਫੀਸ਼ੀਐਂਟ ਦੇ ਨਾਲ? ਹਾਫ H ਕ੍ਰਾਸ ਫਿਰ ਡਾਊਨ A1 ਮਾਈਨਸ ਹਾਫ H ਕ੍ਰਾਸ
ਕੀ ਅਸੀਂ ਇਸ ਨੂੰ ਇਸ ਤਰ੍ਹਾਂ ਲਿਖ ਸਕਦੇ ਹਾਂ? ਹਾਂ ਜਾਂ ਨਹੀਂ? ਇਹਨਾਂ ਦੋ ਸਟੇਟ ਲੀਨੀਅਰ ਵੈਕਟਰ ਸਪੇਸਸ ਵਿੱਚੋਂ ਬਹੁਤ ਸਾਰੇ ਹੋ ਗਏ ਹਨ। ਜੇਕਰ ਮੈਂ ਤੁਹਾਨੂੰ ਇਹ ਦੋ ਡੇਟਾ ਦੇਵਾਂ, ਤਾਂ ਤੁਸੀਂ 2 ਡਾਇਮੈਂਸ਼ਨਲ ਲੀਨੀਅਰ ਵੈਕਟਰ ਸਪੇਸ ਵਿੱਚ ਮੈਟ੍ਰਿਕਸ ਐਲੀਮੈਂਟਸ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਹੋ। ਆਪਰੇਟਰਾਂ ਦੇ ਲਈ 4 ਆਧਾਰ ਅਵਸਥਾਵਾਂ ਹੋਣਗੀਆਂ। ਆਪਰੇਟਰਾਂ ਦੇ ਆਫ ਡਾਇਗੋਨਲ ਐਲੀਮੈਂਟਸ ਸਾਰੇ 0 ਹਨ। ਤੁਸੀਂ ਇਸ ਨੂੰ ਇਸ ਤਰ੍ਹਾਂ ਲਿਖ ਸਕਦੇ ਹੋ। ਕੀ ਤੁਸੀਂ ਇਹ ਵੀ ਲਿਖ ਸਕਦੇ ਹੋ ਕਿ ਇਸ ਦੇ ਲਈ ਮੈਟ੍ਰਿਕਸ ਫਾਰਮ ਕੀ ਹੈ? ਇਹ ਹੋਵੇਗਾ ਹਾਫ h ਕ੍ਰਾਸ 0 0 ਮਾਈਨਸ ਹਾਫ h ਕ੍ਰਾਸ ਜੇਕਰ ਮੈਂ ਪਹਿਲੀ ਅਵਸਥਾ ਅਪ ਲਿਖਾਂ ਇਹ ਡਾਊਨ ਹੈ, ਤਾਂ SZ ਆਪਰੇਟਰ ਇੱਥੇ 2 ਹਨ। ਇੱਕ ਆਪਰੇਟਰ ਆਧਾਰ ਹੈ ਜਿਸ ਦਾ ਤੁਸੀਂ ਵਿਸਤਾਰ ਕਰ ਸਕਦੇ ਹੋ। ਤੁਸੀਂ ਇਸ ਨੂੰ ਹਾਫ h ਕ੍ਰਾਸ ਅਪ ਮਾਈਨਸ ਹਾਫ h ਕ੍ਰਾਸ ਡਾਊਨ ਦੇ ਰੂਪ ਵਿੱਚ ਲਿਖ ਸਕਦੇ ਹੋ। ਅਤੇ ਤੁਸੀਂ ਇਹ ਪਤਾ ਕਰਨ ਦੀ ਕੋਸ਼ਿਸ਼ ਕਰ ਸਕਦੇ ਹੋ ਕਿ SX ਅਪ ਕੀ ਹੈ, ਜੋ ਹਾਫ h ਕ੍ਰਾਸ ਡਾਊਨ SZ ਡਾਊਨ ਇਹ ਹੋਵੇਗਾ ਮਾਈਨਸ ਹਾਫ h ਕ੍ਰਾਸ ਅਪ SZ ਡਾਊਨ ਹੋਵੇਗਾ 0 ਡਾਊਨ SZ ਅਪ ਵੀ 0 ਹੋਵੇਗਾ। ਇਸ ਲਈ ਇਸ ਆਪਰੇਟਰ ਨਾਲ ਇਹਨਾਂ ਦੀ ਵਰਤੋਂ ਕਰਕੇ ਤੁਸੀਂ SZ ਨੂੰ ਹਾਫ h ਕ੍ਰਾਸ 1 0 0 1 ਲਿਖ ਸਕਦੇ ਹੋ। ਅਸੀਂ ਇਹ ਮੈਟਰਿਸਿਸ ਤੇ ਵਾਪਸ ਆਵਾਂਗੇ। ਇਹਨਾਂ ਮੈਟਰਿਸਿਸ ਵਿੱਚ ਕੁਝ ਵਿਸ਼ੇਸ਼ਤਾਵਾਂ ਹੁੰਦੀਆਂ ਹਨ। ਇੱਕ 0 0 1 ਮੈਟ੍ਰਿਕਸ ਕੀ ਵਿਸ਼ੇਸ਼ਤਾਵਾਂ ਹਨ? ਇਹ ਟਰੇਸਲੈਸ ਹੈ। ਇਸ ਮੈਟ੍ਰਿਕਸ ਦੇ ਈਜੇਨ ਵੈਲਿਊ ਪਲਸ ਜਾਂ -1 ਹਨ। ਇਸ ਮੈਟ੍ਰਿਕਸ ਦੇ ਸਕੁਏਅਰ ਬਾਰੇ ਕੀ ਹੈ? ਚਲੋ ਇਸ ਮੈਟ੍ਰਿਕਸ ਨੂੰ ਨੋਟੇਸ਼ਨ ਕਹਿ ਲੈਂਦੇ ਹਾਂ। ਇਸ ਤੇ ਵਾਪਸ ਆਵਾਂਗੇ। ਅਸੀਂ ਇਸ ਨੂੰ ਇਹ ਸਿਗਮਾ Z ਕਹਿੰਦੇ ਹਾਂ। ਸਿਗਮਾ Z ਟਰੇਸਲੈਸ ਹੈ। ਈਜੇਨ ਵੈਲਿਊ ਪਲਸ ਜਾਂ -1 ਹਨ। ਤੁਸੀਂ ਇਹ ਵੀ ਦਿਖਾ ਸਕਦੇ ਹੋ ਕਿ ਸਿਗਮਾ Z ਸਕੁਏਅਰ ਇੱਕ ਆਈਡੈਂਟਿਟੀ ਹੈ। ਦਿਲਚਸਪ ਗੱਲ ਇਹ ਹੈ ਕਿ I ਥੀਟਾ ਸਿਗਮਾ Z ਲਈ E ਕੀ ਹੈ? ਇਹ ਕੀ ਹੋਵੇਗਾ? 1 ਪਲਸ I ਥੀਟਾ ਸਿਗਮਾ Z ਪਲਸ I ਥੀਟਾ ਸਕੁਏਅਰ ਬਟਾ 2 ਫੈਕਟੋਰੀਅਲ ਸਿਗਮਾ Z ਸਕੁਏਅਰ ਅਤੇ ਇਸ ਤਰ੍ਹਾਂ। ਸਿਗਮਾ Z ਸਕੁਏਅਰ ਆਈਡੈਂਟਿਟੀ ਹੈ। ਤੁਸੀਂ ਉਹ ਚੀਜ਼ਾਂ ਜੋੜ ਸਕਦੇ ਹੋ। ਤੁਹਾਨੂੰ ਕੀ ਮਿਲੇਗਾ? cos ਥੀਟਾ। ਤਾਂ ਚਲੋ ਇਹ ਲਿਖੀਏ। ਇਸ ਨੂੰ cos ਥੀਟਾ ਪਲਸ I ਸਿਗਮਾ Z sin ਥੀਟਾ ਦਿਖਾਇਆ ਜਾ ਸਕਦਾ ਹੈ। ਇਹ ਅਜੇ ਵੀ ਇੱਕ ਮੈਟ੍ਰਿਕਸ ਹੈ। ਤੁਸੀਂ ਇੱਥੇ 2x2 ਮੈਟ੍ਰਿਕਸ ਲਗਾ ਸਕਦੇ ਹੋ ਕਿਉਂਕਿ ਸਿਗਮਾ Z 2x2 ਮੈਟ੍ਰਿਕਸ ਹੈ। ਇਹ ਇੱਕ ਵਧੀਆ ਤਰੀਕਾ ਹੈ ਜਿਸ ਵਿੱਚ ਤੁਸੀਂ ਲਿਖ ਸਕਦੇ ਹੋ, ਕਿਉਂਕਿ ਇਹ ਮੈਟਰਿਸਿਸ ਟਰੇਸਲੈਸ ਹਨ। ਇਸ ਦਾ ਡਿਟਰਮੀਨੈਂਟ ਕੀ ਹੈ? ਇਹ ਹੈ -1 ਅਤੇ ਆਈਗਨ ਵੈਲਿਊ ਪਲਸ ਜਾਂ -1 ਹਨ। ਅਤੇ ਇਸ ਵਿੱਚ ਇੱਕ ਵਧੀਆ ਵਿਸ਼ੇਸ਼ਤਾ ਵੀ ਹੈ। ਭਾਵੇਂ ਇਹਨਾਂ ਮੈਟ੍ਰਿਕਸ ਦੀ ਪਾਵਰਸ ਹਮੇਸ਼ਾ ਆਈਡੈਂਟਿਟੀ ਹੁੰਦੀ ਹੈ। ਇਸ ਲਈ ਸਿਗਮਾ Z ਤੋਂ 2n+1 ਦੀ ਪਾਵਰ ਸਿਗਮਾ Z ਹੈ। ਸਿਗਮਾ Z ਪਾਵਰ 2n ਸਿਗਮਾ ਹੈ। ਮਾਫ ਕਰਨਾ, ਇਹ ਆਈਡੈਂਟਿਟੀ ਹੈ। ਅਸੀਂ ਅਸਿੱਧੇ ਤੌਰ ਤੇ ਜਾਣਦੇ ਸੀ ਕਿ ਇੱਕ ਟਰੇਸਲੈਸ ਮੈਟਰਿਸਿਸ ਹੋਣਾ ਚਾਹੀਦਾ ਹੈ। ਅਸੀਂ ਕਿਵੇਂ ਜਾਣਦੇ ਹਾਂ ਕਿ
ਰਸਮੀ ਤੌਰ ਤੇ ਜਦੋਂ ਮੈਂ ਆਰਬਿਟਲ ਐਂਗੂਲਰ ਮੋਮੈਂਟਮ ਲਈ Lx Ly ਨੂੰ IH ਕ੍ਰਾਸ Lz ਲਿਖਦੀ ਹਾਂ। ਜੇਕਰ ਮੈਂ ਟਰੇਸ ਲੈਂਦੀ ਹਾਂ ਤਾਂ ਇਹ ਸਾਰੇ ਫਾਈਨਾਈਟ ਡਾਇਮੈਂਸ਼ਨਲ ਲੀਨੀਅਰ ਵੈਕਟਰ ਸਪੇਸ ਹਨ ਜਿਨ੍ਹਾਂ ਤੇ ਇਹ ਇੱਕ ਕੰਮ ਕਰਦਾ ਹੈ। ਇਸ ਸਾਈਡ ਦੋ ਆਪਰੇਟਰਾਂ ਦੇ ਕਮਿਊਟੇਟਰ ਦਾ ਟਰੇਸ 0 ਹੈ। ਤੁਸੀਂ ਇਹ ਇੱਕ ਅਭਿਆਸ ਵਜੋਂ ਕੀਤਾ ਹੈ, ਜਿਸ ਦਾ ਮਤਲਬ ਹੈ ਕਿ Lz ਦਾ ਟਰੇਸ 0 ਹੋਣਾ ਚਾਹੀਦਾ ਹੈ, ਜਿਸ ਦਾ ਮਤਲਬ ਹੈ ਕਿ Lz ਇੱਕ ਟਰੇਸਲੈਸ ਆਪਰੇਟਰ ਹੋਣਾ ਚਾਹੀਦਾ ਹੈ। ਜੋ ਵੀ ਮੈਂ ਆਰਬਿਟਲ ਐਂਗੂਲਰ ਮੋਮੈਂਟਮ ਲਈ ਕੀਤਾ, ਦਾਅਵਾ ਇਹ ਹੈ ਕਿ ਸਪਿਨ ਐਂਗੂਲਰ ਮੋਮੈਂਟਮ ਲਈ ਸਹੀ ਹੋਣਾ ਚਾਹੀਦਾ ਹੈ ਅਤੇ ਸਿਗਮਾ z ਪ੍ਰਪੋਰਸ਼ਨੈਲਿਟੀ ਤੱਕ ਹੈ। ਸਿਗਮਾ z ਪ੍ਰੋਪੋਰਸ਼ਨਲ Sz ਹੈ। ਜੇਕਰ ਮੈਂ ਇੱਥੇ ਇੱਕ ਟਰੇਸ ਲੈਂਦੀ ਹਾਂ ਅਤੇ ਇੱਥੇ ਇੱਕ ਟਰੇਸ, ਇਹ ਦਰਸਾਉਂਦਾ ਹੈ Sz ਟਰੇਸ, ਜੋ ਸਿਗਮਾ z ਦੇ ਟਰੇਸ ਦਾ ਪ੍ਰੋਪੋਰਸ਼ਨਲ ਹੈ 0 ਹੋਣਾ ਚਾਹੀਦਾ ਹੈ। ਇਸ ਲਈ ਉਹੀ ਆਰਗੂਮੈਂਟ ਸਾਰੇ ਕੰਪੋਨੈਂਟਸ ਲਈ ਚੱਲੇਗਾ। ਜੋ ਵੀ ਹੋਰ ਮੈਟਰਿਸਿਸ ਜੋ ਅਸੀਂ ਲੱਭਣ ਜਾ ਰਹੇ ਹਾਂ, ਮੈਂ ਇਸਨੂੰ x ਦਿਸ਼ਾ ਦੇ ਨਾਲ ਮੈਗਨੇਟਿਕ ਫੀਲਡ ਵਾਲੇ ਸਟਰਨ-ਗਰਲਾਕ ਯੰਤਰ ਰਾਹੀਂ ਨਿਕਾਲਦਾ ਹਾਂ। ਤੁਸੀਂ ਦਿਖਾ ਸਕਦੇ ਹੋ ਕਿ Sx ਦਾ ਟਰੇਸ 0 ਹੋਣਾ ਚਾਹੀਦਾ ਹੈ ਅਤੇ ਅਸੀਂ ਇੱਕ ਕੋਰੇਸਪੋਂਡਿੰਗ ਸਿਗਮਾ x ਲਿਖ ਸਕਦੇ ਹਾਂ।